ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ। ਬੱਚਿਓ ਅੱਜ ਆਪਾਂ ਇਸ ਵੀਡੀਓ ਵਿੱਚ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਿਵੇਂ ਕਰੀਏ ਇਸ ਸੰਬੰਧੀ ਗੱਲਬਾਤ ਕਰਾਂਗੇ। ਤਾਂ ਬੱਚਿਓ ਸਾਨੂੰ ਸਭ ਨੂੰ ਪਤਾ ਹੈ ਵੀ ਮਾਰਚ ਮਹੀਨੇ ਵਿੱਚ ਸਾਡੀਆਂ 8ਵੀਂ ਦੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਹੋਣੀਆਂ ਹਨ। ਤਾਂ ਬੱਚਿਓ ਸਾਨੂੰ ਪਤਾ ਹੈ ਵੀ ਜੋ ਬੋਰਡ ਦੀਆਂ ਪ੍ਰੀਖਿਆਵਾਂ ਇਹ ਸਾਡੇ ਭਵਿੱਖ ਦੇ ਬਹੁਤ ਸਾਰੇ ਉਪਰਾਲਿਆਂ ਲਈ ਨਿਰਣਾਇਕ ਕਾਰਕ ਹੁੰਦੀਆਂ ਹਨ ਵੀ ਅੱਗੇ ਅਸੀਂ ਇਸ ਪੜ੍ਹਾਈ ਤੋਂ ਬਾਅਦ ਕੀ ਕਰਨਾ ਹੈ। ਤਾਂ ਉਹਦੇ ਵਿੱਚ ਸਾਡਾ ਜਿਹੜਾ ਕਾਫੀ ਰੋਲ ਇਹ ਬੋਰਡ ਦੀਆਂ ਪ੍ਰੀਖਿਆਵਾਂ ਨਿਭਾਉਂਦੀਆਂ ਹਨ। ਤਾਂ ਬੱਚਿਓ ਇਸ ਸਾਲ ਦੀ ਜੋ ਬੋਰਡ ਦੀ ਪ੍ਰੀਖਿਆ ਲਈ ਜਾ ਰਹੀ ਹੈ ਉਹਦੇ ਲਈ ਤੁਹਾਨੂੰ ਕਾਫੀ ਸਖਤ ਮਿਹਨਤ ਕਰਨੀ ਹੋਵੇਗੀ ਕਿਉਂਕਿ ਕਰੋਨਾ ਕਰਕੇ ਸਾਡੀਆਂ ਜੋ ਰੈਗੂਲਰ ਕਲਾਸਾਂ ਉਹ ਬਹੁਤ ਘੱਟ ਲੱਗੀਆਂ ਹਨ। ਇਸ ਕਰਕੇ ਸਾਨੂੰ ਇਸ ਪ੍ਰੀਖਿਆ ਦੀ ਤਿਆਰੀ ਆ ਉਹ ਸਖਤ ਤਿਆਰੀ ਜਿਹੜੀ ਕਰਨੀ ਆ ਉਹ ਪਵੇਗੀ ਕਿਉਂਕਿ ਹੁਣ ਤੱਕ ਬੱਚਿਓ ਤੁਸੀਂ ਜੋ ਮੁਕਾਬਲਾ ਕੀਤਾ ਹੈ ਉਹ ਤੁਸੀਂ ਆਪਣਾ ਜ਼ਮੀਨੀ ਮੁਕਾਬਲਾ ਜਾਣੀ ਕਿ ਆਪਣੇ ਸਕੂਲ ਦੇ ਵਿਦਿਆਰਥੀਆਂ ਨਾਲ ਮੁਕਾਬਲਾ ਕੀਤਾ ਹੈ, ਉਹਨਾਂ ਨਾਲ ਕੰਪੀਟੀਸ਼ਨ ਕੀਤਾ ਹੈ। ਲੇਕਿਨ ਜਦੋਂ ਸਾਡੀ ਬੋਰਡ ਦੀ ਪ੍ਰੀਖਿਆ ਹੁੰਦੀ ਹੈ ਤਾਂ ਸਾਡਾ ਜੋ ਮੁਕਾਬਲਾ ਹੈ ਉਹ ਪੂਰੇ ਪੰਜਾਬ ਦੇ ਵਿਦਿਆਰਥੀਆਂ ਨਾਲ ਹੁੰਦਾ ਹੈ। ਤਾਂ ਇਸ ਕਰਕੇ ਬੱਚਿਓ ਸਾਨੂੰ ਜੋ ਤਿਆਰੀ ਹੈ ਉਹ ਵੀ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਹੈ। ਤਾਂ ਆਓ ਆਪਾਂ ਹੁਣ ਦੇਖਦੇ ਹਾਂ ਵੀ ਜੋ ਬੋਰਡ ਦੀ ਪ੍ਰੀਖਿਆ ਦੀ ਤਿਆਰੀ ਹੈ ਉਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਨ। ਤਾਂ ਇਸ ਲਈ ਤੁਹਾਨੂੰ ਕੁਝ ਜਿਹੜੇ ਸੁਝਾਅ ਮੇਰੇ ਵੱਲੋਂ ਦਿੱਤੇ ਜਾ ਰਹੇ ਹਨ ਜੋ ਤੁਹਾਡੀ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਕਾਫੀ ਸਹਾਇਤਾ ਕਰਨਗੇ। ਤਾਂ ਬੱਚਿਓ ਇਹਨਾਂ ਨੂੰ ਧਿਆਨ ਨਾਲ ਤੁਸੀਂ ਦੇਖਣਾ, ਤਾਂ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਣਾ ਤਾਂ ਹੀ ਤੁਹਾਨੂੰ ਜਿਹੜਾ ਹੈਗਾ ਆਪਣੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦਾ ਜਿਹੜਾ ਤਰੀਕਾ ਪਤਾ ਲੱਗ ਜਾਵੇਗਾ ਤੇ ਤੁਸੀਂ ਉਹਦੇ ਵਿੱਚ ਜਿਹੜਾ ਫਾਇਦਾ ਉਹ ਲੈ ਸਕਦੇ ਹੋ। ਇਸ ਕਰਕੇ ਇਸ ਵੀਡੀਓ ਨੂੰ ਪੂਰੇ ਧਿਆਨ ਨਾਲ ਦੇਖਣਾ। ਜਿਨ੍ਹਾਂ ਵਿਦਿਆਰਥੀਆਂ ਨੇ ਇਸ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਤਾਂ ਜੋ ਉਹਨਾਂ ਨੂੰ ਸਮੇਂ-ਸਮੇਂ ਤੇ ਇਹੋ ਜਿਹੇ ਵੀਡੀਓ ਦਿੱਤੀਆਂ ਜਾ ਸਕਣ ਤੇ ਉਹ ਉਹਨਾਂ ਵੀਡੀਓ ਨੂੰ ਦੇਖ ਕੇ ਆਪਣੇ ਜਿਹੜੇ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਅੰਕ ਆ ਉਹ ਚੰਗੇ ਅੰਕ ਪ੍ਰਾਪਤ ਕਰ ਸਕਣ। ਤਾਂ ਆਓ ਬੱਚਿਓ ਹੁਣ ਆਪਾਂ ਇਸ ਬਾਰੇ ਗੱਲਬਾਤ ਕਰਦੇ ਹਾਂ। ਤਾਂ ਬੱਚਿਓ ਸਭ ਤੋਂ ਪਹਿਲਾਂ ਸਾਡਾ ਕੀ ਕੰਮ ਹੁੰਦਾ ਹੈ, ਸਾਨੂੰ ਸਾਡਾ ਜੋ ਪਾਠਕ੍ਰਮ ਹੁੰਦਾ ਹੈ, ਜੋ ਸਾਡਾ ਸਿਲੇਬਸ ਹੁੰਦਾ ਹੈ ਉਹਨੂੰ ਸਾਨੂੰ ਫੋਲੋ ਕਰਨਾ ਚਾਹੀਦਾ ਹੈ, ਜਾਣੀ ਕਿ ਉਸ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ। ਆਪਣੇ ਕਲਾਸ ਦੇ ਪਾਠ ਦੀ ਪਾਲਣਾ ਕਰੋ, ਮਤਲਬ ਜੋ ਤੁਸੀਂ ਆਪਦਾ ਵਿਸ਼ਾ ਪੜ੍ਹ ਰਹੇ ਹੋ, ਜੋ ਤੁਸੀਂ ਲੈਸਨ ਪੜ੍ਹ ਰਹੇ ਹੋ ਉਹਨਾਂ ਦੀ ਜ਼ਰੂਰ ਜਿਹੜੀ ਪਾਲਣਾ ਤੁਸੀਂ ਉਹ ਕਰਨੀ ਹੈ ਕਿਉਂਕਿ ਤੁਹਾਡਾ ਜੋ ਸਿਲੇਬਸ ਹੈ ਉਸ ਨੂੰ ਯੋਜਨਾਬੰਦ ਕਿਸ ਤਰ੍ਹਾਂ ਅਸੀਂ ਸਿਸਟਮੈਟਿਕਲੀ ਉਸ ਨੂੰ ਸਮਝ ਸਕਦੇ ਹਾਂ ਉਹਦਾ ਸਭ ਤੋਂ ਜੋ ਉੱਤਮ ਤਰੀਕਾ ਗਾ ਉਹ ਤੁਹਾਡੇ ਕਲਾਸ ਦੇ ਲੈਸਨ ਹਨ ਕਿਉਂਕਿ ਕਲਾਸ ਦੇ ਪਾਠ ਤੁਹਾਡੇ ਸਿਲੇਬਸ ਦੇ ਵਿਸ਼ਿਆਂ ਨੂੰ ਸਰਬੋਤਮ ਜਾਣ ਪਛਾਣ ਹੁੰਦੇ ਹਨ। ਤਾਂ ਤੁਹਾਡੇ ਜੋ ਚੈਪਟਰ ਆ ਗਏ ਉਹੀ ਤੁਹਾਡੇ ਸਿਲੇਬਸ ਦੀ ਚੰਗੀ ਤਰ੍ਹਾਂ ਦੀ ਜਾਣ ਪਛਾਣ ਤੁਹਾਨੂੰ ਕਰਾਉਂਦੇ ਹਨ। ਬੱਚਿਓ ਇਹਦਾ ਕੀ ਹੈ, ਤੁਸੀਂ ਆਪਣੀ ਜਿਹੜੀ ਕਲਾਸ ਆ ਜੋ ਤੁਹਾਡੀ ਕਲਾਸ ਲੱਗ ਰਹੀ ਹੈ ਚਾਹੇ ਆਨਲਾਈਨ ਲੱਗ ਰਹੀ ਹੈ ਚਾਹੇ ਆਫਲਾਈਨ ਲੱਗ ਰਹੀ ਹੈ, ਤੁਸੀਂ ਜੇਕਰ 8ਵੀਂ ਦੇ ਵਿਦਿਆਰਥੀ ਹੋ ਤੁਹਾਡੀ ਜੇਕਰ ਆਨਲਾਈਨ ਕਲਾਸ ਲੱਗ ਰਹੀ ਹੈ ਤਾਂ ਤੁਸੀਂ 10ਵੀਂ ਜਾਂ 12ਵੀਂ ਕਲਾਸ ਦੇ ਵਿਦਿਆਰਥੀ ਹੋ ਤਾਂ ਤੁਹਾਡੀਆਂ ਜੋ ਕਲਾਸਾਂ ਸਕੂਲ 'ਚ ਲੱਗ ਰਹੀਆਂ ਹਨ ਤਾਂ ਉਹਨਾਂ ਕਲਾਸਾਂ ਵਿੱਚ ਹਮੇਸ਼ਾ ਤੁਸੀਂ ਮੌਜੂਦ ਰਹੋ, ਕਦੇ ਵੀ ਗੈਰ ਹਾਜ਼ਰ ਨਾ ਹੋਵੋ। ਕਲਾਸ ਦੀ ਪੜ੍ਹਾਈ ਜੋ ਤੁਹਾਨੂੰ ਟੀਚਰ ਵੱਲੋਂ ਪੜ੍ਹਾਈ ਜਾ ਰਹੀ ਹੈ ਉਸ ਤੇ ਆਪਣਾ ਪੂਰਾ ਧਿਆਨ ਕੇਂਦਰਿਤ ਕਰੋ ਅਤੇ ਘਰ ਆਉਣ ਤੋਂ ਬਾਅਦ ਜੋ ਤੁਸੀਂ ਕਲਾਸ ਵਿੱਚ ਪੜ੍ਹਿਆ ਹੈ ਉਸ ਟੌਪਿਕ ਦੀ ਇੱਕ ਵਾਰੀ ਦੁਹਰਾਈ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਜੋ ਟੌਪਿਕ ਹੈ ਉਹ ਚੰਗੀ ਤਰ੍ਹਾਂ ਸਮਝ ਆ ਜਾਵੇ। ਜੇਕਰ ਤੁਹਾਡੇ ਮਨ 'ਚ ਕੋਈ ਉਸ ਟੌਪਿਕ ਦੀ ਸ਼ੰਕਾ ਹੈ ਤਾਂ ਅਗਲੇ ਦਿਨ ਆਪਣੇ ਅਧਿਆਪਕ ਨਾਲ ਇਹਨਾਂ ਟੌਪਿਕ ਨੂੰ ਸਪਸ਼ਟ ਕਰੋ। ਮੰਨ ਲਓ ਤੁਹਾਡੇ ਮਨ ਵਿੱਚ ਕੋਈ ਡਾਊਟ ਹੈ ਜੋ ਤੁਸੀਂ ਟੌਪਿਕ ਸਿੱਖਿਆ ਹੈ ਪੜ੍ਹਿਆ ਹੈ ਤਾਂ ਉਸ ਨੂੰ ਅਗਲੇ ਦਿਨ ਜ਼ਰੂਰ ਆਪਣੇ ਸਕੂਲ ਵਿੱਚ ਜਾ ਕੇ ਆਪਣੀ ਕਲਾਸ ਵਿੱਚ ਜਾ ਕੇ ਆਪਣੇ ਅਧਿਆਪਕ ਨਾਲ ਉਸ ਟੌਪਿਕ ਨੂੰ ਸਪਸ਼ਟ ਕਰੋ, ਨਹੀਂ ਤੁਹਾਡੇ ਮਨ ਦੇ ਵਿੱਚ ਜਿਹੜੀ ਉਹ ਸ਼ੰਕਾ ਗਈ ਉਹ ਡਾਊਟ ਆ ਉਵੇਂ ਜਿਵੇਂ ਹੀ ਰਹਿਣਾਗਾ ਤੇ ਉਸ ਦਾ ਸਾਨੂੰ ਜਿਹੜੇ ਪੇਪਰ ਦੇ ਮੌਕੇ ਕਈ ਵਾਰੀ ਨੁਕਸਾਨ ਹੁੰਦਾ ਹੈ। ਬੱਚਿਓ ਅਗਲਾ ਪੁਆਇੰਟ ਹੈ ਘਰ ਵਿਖੇ ਸਟੱਡੀ ਕਰਨੀ। ਜੇਕਰ ਤੁਸੀਂ ਆਪਦੇ ਘਰ ਵਿੱਚ ਕੋਈ ਸਟੱਡੀ ਕਾਰਨਰ ਬਣਾ ਸਕਦੇ ਹੋ ਤਾਂ ਉਹ ਇੱਕ ਬਹੁਤ ਹੀ ਚੰਗੀ ਗੱਲ ਹੈ। ਦੇਖੋ ਸਟੱਡੀ ਕਰਨ ਤੋਂ ਭਾਵ ਕੀ ਹੈ, ਕਿਉਂਕਿ ਅਸੀਂ ਜੋ ਕਾਫੀ ਜ਼ਿਆਦਾ ਸਮਾਂ ਹੈ ਅਸੀਂ ਘਰੇ ਰਹਿਣਾ ਹੁੰਦਾ ਹੈ ਤਾਂ ਆਪਣੇ ਘਰ ਵਿੱਚ ਸਭ ਤੋਂ ਵਧੀਆ ਸਥਾਨ ਜਿੱਥੇ ਤੁਸੀਂ ਆਪਦੀ ਪੜ੍ਹਾਈ ਕਰ ਸਕਦੇ ਹੋ, ਅਧਿਐਨ ਕਰ ਸਕਦੇ ਹੋ, ਉਸ ਨੂੰ ਲੱਭਣ ਦੀ ਕੋਸ਼ਿਸ਼ ਕਰੋ ਵੀ ਕਿਸ ਜਗ੍ਹਾ ਤੇ ਜਿਹੜੀ ਪੜ੍ਹਾਈ ਹੈ ਮੈਂ ਚੰਗੀ ਤਰ੍ਹਾਂ ਕਰ ਸਕਦਾ ਹਾਂ, ਜਿੱਥੇ ਤੁਹਾਨੂੰ ਕੋਈ ਪਰੇਸ਼ਾਨ ਨਾ ਕਰ ਸਕੇ, ਜਾਣੀ ਕਿ ਤੁਹਾਨੂੰ ਕੁਝ ਸਰਵ ਨਾ ਕਰ ਸਕੇ, ਤੁਸੀਂ ਇਕਾਂਤ ਚਿੱਤ ਹੋ ਕੇ ਜਿਹੜੀ ਆਪਣੀ ਪੜ੍ਹਾਈ ਹੈ ਉਹ ਚੰਗੀ ਤਰ੍ਹਾਂ ਕਰ ਸਕੋ। ਆਪਣੇ ਮਨੋਰੰਜਨ ਵਾਲੇ ਯੰਤਰ ਵਿੱਚੋਂ ਜਿਵੇਂ ਟੀਵੀ ਹੈ, ਰੇਡੀਓ ਹੈ ਜਾਂ ਮੋਬਾਈਲ ਹੈ, ਇਹਨਾਂ ਨੂੰ ਆਪਣੇ ਜਿਹੜੇ ਅਧਿਐਨ ਕੇਂਦਰ ਤੋਂ ਜਿੱਥੇ ਤੁਸੀਂ ਪੜ੍ਹਾ ਰਹੇ ਹੋ ਉੱਥੋਂ ਦੂਰ ਰੱਖੋ ਤਾਂ ਕਿ ਤੁਹਾਡੀ ਜੋ ਇਕਾਗਰਤਾ ਉਹ ਭੰਗ ਨਾ ਹੋਵੇ। ਤਾਂ ਇਹ ਸਭ ਤੋਂ ਵਧੀਆ ਬੈਸਟ ਮੈਥਡ ਹੈ ਬੱਚਿਓ ਵੀ ਜੋ ਤੁਸੀਂ ਜੇ ਘਰ ਦੇ ਵਿੱਚ ਆਪਦਾ ਸਟੱਡੀ ਕਾਰਨਰ ਭਾਵ ਇੱਕ ਆਪਣੇ ਪੜ੍ਹਨ ਦੀ ਜਿਹੜੀ ਥਾਂ ਉਹ ਪੱਕੀ ਕਰ ਲਓ
ਜਿੱਥੇ ਤੁਸੀਂ ਚੰਗੀ ਤਰ੍ਹਾਂ ਇਕਾਗਰਚਿਤ ਹੋ ਕੇ ਆਪਣੀ ਜਿਹੜੀ ਪੜ੍ਹਾਈ ਆ ਉਹ ਕਰ ਸਕੋ। ਬੱਚੋ ਸਾਡੇ ਕੋਲ ਅੱਗੇ ਹੈ ਨਮੂਨੇ ਦੇ ਪੇਪਰਾਂ ਨੂੰ ਹੱਲ ਕਰੋ। ਸੈਂਪਲ ਪੇਪਰ ਜਿਸ ਨੂੰ ਆਪਾਂ ਸੈਂਪਲ ਪੇਪਰ ਕਹਿੰਦੇ ਆ, ਨਮੂਨੇ ਦੇ ਪੇਪਰ, ਉਹਨਾਂ ਨੂੰ ਤੁਸੀਂ ਜ਼ਰੂਰ ਹੱਲ ਕਰੋ। ਕਿਉਂਕਿ ਬੱਚੇ ਤੁਸੀਂ ਜੋ ਸਿਲੇਬਸ ਹੈ ਉਹ ਲਗਭਗ ਸਾਰਿਆਂ ਨੇ ਪੂਰਾ ਕਰ ਲਿਆ ਹੈ। ਤਾਂ ਹੁਣ ਅਸੀਂ ਜੋ ਸਾਡੇ ਪਿਛਲੇ ਸਾਲ ਦੇ ਨਮੂਨੇ ਦੇ ਪੇਪਰ ਹੈ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ, ਜਿਸ ਨਾਲ ਤੁਹਾਨੂੰ ਪੇਪਰ ਦਾ ਪੈਟਰਨ ਪਤਾ ਲੱਗ ਜਾਵੇਗਾ, ਜਿਸ ਨਾਲ ਤੁਹਾਨੂੰ ਮੋਸਟ ਇੰਪੋਰਟੈਂਟ ਜੋ ਜ਼ਿਆਦਾ ਇੰਪੋਰਟੈਂਟ ਟੌਪਿਕ ਹਨ ਉਹਨਾਂ ਬਾਰੇ ਪਤਾ ਲੱਗ ਜਾਵੇਗਾ ਵੀ ਬੋਰਡ ਦੇ ਜਿਹੜੇ ਪੇਪਰ ਆ ਉਹ ਕਿਸ ਤਰ੍ਹਾਂ ਆਉਂਦੇ ਹਨ। ਇਸ ਤੋਂ ਇਲਾਵਾ ਤੁਹਾਡੇ ਜੋ ਚੈਪਟਰ ਆ, ਜੋ ਸਾਡੇ ਪਾਠ ਹੈ, ਉਸ ਦੇ ਅੰਤ ਵਿੱਚ ਜੋ ਪ੍ਰਸ਼ਨ ਦਿੱਤੇ ਗਏ ਹਨ ਉਹਨਾਂ ਨੂੰ ਤੁਸੀਂ ਜ਼ਰੂਰ ਹੱਲ ਕਰੋ। ਉਹਨਾਂ ਪ੍ਰਸ਼ਨਾਂ ਨੂੰ ਜ਼ਰੂਰ ਹੱਲ ਕਰੋ, ਕਿਉਂਕਿ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਜੋ ਪ੍ਰਸ਼ਨ ਆਉਂਦੇ ਹਨ ਉਹ ਜ਼ਿਆਦਾਤਰ ਸਾਡੇ ਜੋ ਚੈਪਟਰ ਦੇ ਐਂਡ ਵਿੱਚ ਪ੍ਰਸ਼ਨ ਹੁੰਦੇ ਹਨ ਉਹਨਾਂ ਵਿੱਚੋਂ ਆਉਂਦੇ ਹਨ। ਤਾਂ ਇਹ ਜਿਹੜੀ ਤਿਆਰੀ ਹੈ ਤੁਹਾਨੂੰ ਉਹ ਨਿਸ਼ਚਿਤ ਤੌਰ ਤੇ ਇੱਕ ਸੰਪੂਰਨ ਤਿਆਰੀ ਵਿੱਚ ਸਹਾਇਤਾ ਕਰੇਗਾ। ਜਾਣੀ ਕਿ ਪਿਛਲੇ ਸਾਲ ਦੇ ਨਮੂਨੇ ਦੇ ਪੇਪਰ ਅਤੇ ਤੁਹਾਡੀਆਂ ਕਿਤਾਬਾਂ ਦੇ ਐਂਡ ਦੇ ਵਿੱਚ ਜੋ ਪ੍ਰਸ਼ਨ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਜਿਹੜਾ ਉਹਨਾਂ ਦੀ ਦੁਹਰਾਈ ਕਰੋ, ਉਹਨਾਂ ਪ੍ਰਸ਼ਨਾਂ ਨੂੰ ਸਿੱਖੋ, ਜਿਸ ਨਾਲ ਤੁਹਾਡੀ ਜੋ ਸੰਪੂਰਨ ਤਿਆਰੀ ਹੈ ਇੱਕ ਕੰਪਲੀਟ ਪਰਫੈਕਸ਼ਨ ਆ, ਠੀਕ ਹੈ, ਜੋ ਪਰਫੈਕਟ ਪ੍ਰੈਪਰੇਸ਼ਨ ਆ ਉਹ ਤੁਹਾਡੀ ਹੋ ਸਕੇ। ਤਾਂ ਇਹਨਾਂ ਨੂੰ ਤੁਸੀਂ ਜ਼ਰੂਰ ਬੱਚਿਓ ਹੱਲ ਕਰਨਾ ਹੈ। ਸਾਡਾ ਅਗਲਾ ਪੁਆਇੰਟ ਹੈ ਸੰਖੇਪ ਨੋਟ ਬਣਾਓ, ਮੇਕ ਬਰੀਫ ਨੋਟਸ। ਬੱਚਿਓ ਕਿਉਂਕਿ ਤੁਸੀਂ ਪੂਰੀ ਚੰਗੀ ਤਰ੍ਹਾਂ ਥਿਊਰੀ ਪੜ੍ਹ ਲਈ ਹੈ, ਤੁਸੀਂ ਆਪਣੀ ਕਾਪੀ ਤੇ ਹਰ ਵਿਸ਼ੇ ਦੇ ਇੱਕ ਬਰੀਫ ਨੋਟ ਜਿਹੜੇ ਤੁਸੀਂ ਉਹ ਬਣਾ ਸਕਦੇ ਹੋ। ਇਹ ਬਰੀਫ ਨੋਟ ਤੁਹਾਡੇ ਪੇਪਰ ਤੋਂ ਇੱਕ ਦਿਨ ਪਹਿਲਾਂ ਜਾਂ ਕੁਝ ਘੰਟੇ ਪਹਿਲਾਂ ਚੰਗੀ ਤਰ੍ਹਾਂ ਦੁਹਰਾਈ ਕਰਨ ਵਿੱਚ, ਬਹੁਤ ਹੀ ਥੋੜੇ ਸਮੇਂ ਦੁਹਰਾਈ ਕਰਨ ਵਿੱਚ ਕਾਫੀ ਸਹਾਇਤਾ ਕਰਦੇ ਹਨ। ਤਾਂ ਬੋਰਡ ਦੀਆਂ ਪ੍ਰੀਖਿਆਵਾਂ ਲਈ ਤੁਹਾਡੀ ਤਿਆਰੀ ਅਤੇ ਅਧਿਐਨ ਕਰਦੇ ਸਮੇਂ ਸੰਖੇਪ ਨੋਟ ਬਣਾਉਣਾ ਹਮੇਸ਼ਾ ਮਦਦਗਾਰ ਰਹਿੰਦਾ ਹੈ। ਤਾਂ ਹਮੇਸ਼ਾ ਨੋਟ ਤਿਆਰ ਕਰੋ ਬੱਚਿਓ, ਆਪਣੀਆਂ ਪਾਠ ਪੁਸਤਕਾਂ ਵਿੱਚੋਂ ਜਾਂ ਤੁਸੀਂ ਕੋਈ ਹੋਰ ਹਵਾਲਾ ਕਿਤਾਬਾਂ ਜਾਂ ਆਪਣੇ ਕਲਾਸ ਪਾਠ ਤੋਂ ਤੁਸੀਂ ਜਿਹੜੇ ਵੱਖ-ਵੱਖ ਟੌਪਿਕ ਆ ਤੁਹਾਨੂੰ ਪਤਾ ਵੀ ਪੇਪਰ ਦੇ ਪੁਆਇੰਟ ਵੀ ਇੰਪੋਰਟੈਂਟ ਹੈ, ਤਾਂ ਉਹਨਾਂ ਨੂੰ ਤੁਸੀਂ ਬਰੀਫਲੀ ਆਪਣੇ ਜਿਹੜੇ ਨੋਟਸ ਬਣਾ ਕੇ ਇੱਕ ਅਲੱਗ ਕਾਪੀ ਲਾ ਕੇ ਹਰ ਵਿਸ਼ੇ ਦੀ ਚੰਗੀ ਤਰ੍ਹਾਂ ਤਿਆਰੀ ਕਰ ਸਕਦੇ ਹੋ। ਕਿਉਂਕਿ ਸਾਡੀ ਇਹ ਪੇਪਰ ਤੋਂ ਕੁਝ ਘੰਟੇ ਪਹਿਲਾਂ ਦੁਹਰਾਈ ਕਰਨ ਵਿੱਚ ਕਾਫੀ ਸਹਾਇਤਾ ਕਰਦੇ ਹਨ। ਕਿਉਂਕਿ ਜਦੋਂ ਅਸੀਂ ਨੋਟਸ ਆਪ ਬਣਾਏ ਹੁੰਦੇ ਹਨ ਤਾਂ ਅਸੀਂ ਉਹ ਸ਼ਾਰਟਕਟ ਦੇ ਥਰੂ ਸਾਰੇ ਕਨਸੈਪਟ ਨੂੰ ਚੰਗੀ ਤਰ੍ਹਾਂ ਜਿਹੜਾ ਧਿਆਨ ਦੇ ਵਿੱਚ ਉਹ ਲਿਆ ਸਕਦੇ ਹਾਂ ਤੇ ਚੰਗੇ ਅੰਕ ਪ੍ਰਾਪਤ ਕਰ ਸਕਦੇ ਹਾਂ। ਨੈਕਸਟ ਪੁਆਇੰਟ ਹੈ ਬੱਚਿਓ, ਅੰਤ ਲਈ ਨਾ ਛੱਡੋ, ਡੋਂਟ ਲੀਵ ਫਾਰ ਦਾ ਐਂਡ। ਇਸ ਦਾ ਬੱਚਿਓ ਕੀ ਮਤਲਬ ਹੈ ਵੀ ਕਈ ਵਾਰੀ ਵਿਦਿਆਰਥੀ ਕੀ ਕਰਦੇ ਆ ਵੀ ਕੁਝ ਸਿਲੇਬਸ ਦਾ ਭਾਗ ਛੱਡ ਦਿੰਦੇ ਆ ਵੀ ਪੇਪਰਾਂ ਦੇ ਮੌਕੇ ਤੇ ਜਾਂ ਕੁਝ ਦਿਨ ਪਹਿਲਾਂ ਅਸੀਂ ਤਿਆਰੀ ਕਰਾਂਗੇ। ਤਾਂ ਉਹ ਇੱਕ ਗਲਤ ਹੈਬਿਟ ਹੈ ਸਾਡੀ, ਠੀਕ ਹੈ, ਉਹ ਨਹੀਂ ਕਰਨੀ ਚਾਹੀਦੀ। ਤਾਂ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਪੂਰਾ ਸਿਲੇਬਸ ਕੰਪਲੀਟ ਕਰਕੇ ਫਿਰ ਉਹਦੀ ਦੁਹਰਾਈ ਕਰਨੀ ਚਾਹੀਦੀ ਹੈ। ਕੋਈ ਵੀ ਟੌਪਿਕ ਸਾਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ। ਆਮ ਤੌਰ ਤੇ ਕੁਝ ਵਿਦਿਆਰਥੀ ਜਿਹੜਾ ਇਹ ਆਮ ਤੌਰ ਤੇ ਕਰਦੇ ਹੈ, ਜਿਸ ਵਿੱਚ ਅੰਤ ਦੇ ਲਈ ਕੁਝ ਟੌਪਿਕ ਜਾਂ ਕੁਝ ਪਾਠ ਛੱਡ ਦਿੰਦੇ ਆ ਵੀ ਉਸ ਤੋਂ ਪਹਿਲਾਂ ਤਿਆਰੀ ਕਰਾਂਗੇ ਪੇਪਰ ਤੋਂ। ਤਾਂ ਇਹ ਤਾਂ ਆਦਤ ਤੁਹਾਡੇ ਅੰਤ ਵਿੱਚ ਜਾਂ ਦੁਹਰਾਈ ਦੇ ਸਮੇਂ ਜਿਹੜੀ ਕਾਫੀ ਦਬਾਅ ਪੈਦਾ ਕਰਦੀ ਹੈ। ਕਿਉਂਕਿ ਜੇਕਰ ਸਾਡੇ ਕੋਲ ਟੌਪਿਕ ਬੱਚੇ ਜੋ ਪੈਂਡਿੰਗ ਹਨ ਤਾਂ ਜਦੋਂ ਅਸੀਂ ਦੁਹਰਾਈ ਕਰਦੇ ਹਾਂ ਤਾਂ ਸਾਡੇ ਮਨ ਤੇ ਦਾ ਦਬਾਅ ਪੈ ਜਾਂਦਾ ਹੈ ਵੀ ਆ ਵੀ ਰਹਿੰਦਾ ਹੈ, ਉਹ ਟੌਪਿਕ ਵੀ ਰਹਿੰਦਾ ਹੈ, ਜਿਸ ਨਾਲ ਸਾਡੇ ਜਿਹੜੇ ਆ ਮਤਲਬ ਉਹ ਦਬਾਅ ਪੈਂਦੀ ਹੈ, ਸਟ੍ਰੈਸ ਪੈਂਦੀ ਹੈ ਰਿਵੀਜ਼ਨ ਦੇ ਟਾਈਮ ਤੇ। ਤਾਂ ਇਸ ਤਰ੍ਹਾਂ ਤੁਸੀਂ ਕਦੇ ਨਹੀਂ ਕਰਨਾ। ਕਿਸੇ ਵੀ ਟੌਪਿਕ ਨੂੰ ਪੇਪਰ ਦੇ ਅੰਤ ਲਈ ਜਾਣ ਕੇ ਵੀ ਪੇਪਰ ਦੇ ਮੌਕੇ ਕਰਾਂਗੇ ਵੀ ਐਂਡ ਤੇ ਕਰਾਂਗੇ ਆ ਕੇ, ਉਹ ਨਹੀਂ ਛੱਡਣਾ ਚਾਹੀਦਾ। ਤਾਂ ਪੂਰਾ ਸਿਲੇਬਸ ਕੰਪਲੀਟ ਕਰਕੇ ਟੌਪਿਕ ਜਿਹੜੀ ਦੁਹਰਾਈ ਕਰਨੀ ਚਾਹੀਦੀ ਹੈ, ਜਿਸ ਨਾਲ ਸਾਡੀ ਦੁਹਰਾਈ ਚੰਗੀ ਹੁੰਦੀ ਹੈ ਤੇ ਸਾਡੇ ਮਨ ਤੇ ਦਬਾਅ ਵੀ ਨਹੀਂ ਪੈਂਦਾ। ਤਾਂ ਅਸੀਂ ਜਿਹੜਾ ਪੇਪਰ ਵਿੱਚ ਚੰਗੇ ਅੰਕ ਪ੍ਰਾਪਤ ਕਰ ਸਕਦੇ ਹਾਂ। ਔਰ ਬੱਚਿਓ ਜੀ ਹੁੰਦਾ ਦੁਹਰਾਈ, ਕਿਉਂਕਿ ਸਾਨੂੰ ਜਿਹੜੀ ਸਿਲੇਬਸ ਦੀ ਦੁਹਰਾਈ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ, ਰਿਵੀਜ਼ਨ। ਤਾਂ ਬੱਚਿਓ ਜਦੋਂ ਦੁਹਰਾਈ ਕਰ ਰਹੇ ਹੋ, ਸਿਲੇਬਸ ਤੁਸੀਂ ਕੰਪਲੀਟ ਕਰ ਲਿਆ ਹੈ, ਠੀਕ ਹੈ, ਉਸ ਤੋਂ ਬਾਅਦ ਕੋਈ ਵੀ ਨਵੀਂ ਕਿਤਾਬ ਨਾ ਪੜ੍ਹੋ। ਜੋ ਤੁਸੀਂ ਪੜ੍ਹਿਆ ਹੈ ਉਹ ਸਫੀਸ਼ੀਐਂਟ ਹੈ, ਕਿਉਂਕਿ ਸਾਨੂੰ ਪਤਾ ਹੈ ਵੀ ਇਹ ਸਿਲੇਬਸ ਦੇ ਵਿੱਚ ਹੈ। ਕੋਈ ਨਵੀਂ ਕਿਤਾਬ ਨਹੀਂ ਖਰੀਦਣੀ ਚਾਹੀਦੀ। ਇਮਤਿਹਾਨ ਤੋਂ ਪਹਿਲਾਂ ਕੋਈ ਵੀ ਹਵਾਲਾ ਜਾਂ ਨਵੀਂ ਕੋਈ ਬੁੱਕ ਵੀ ਆਹ ਬੁੱਕ ਉਹ ਨਹੀਂ ਪੜ੍ਹਨੀ ਚਾਹੀਦੀ, ਕਿਉਂਕਿ ਇਸ ਤਰ੍ਹਾਂ ਪੜ੍ਹਨ ਨਾਲ ਜਿਹੜਾ ਤੁਹਾਨੂੰ ਉਹ ਟੌਪਿਕ ਉਲਝਣ ਵਿੱਚ ਪਾ ਦੇਵੇਗਾ। ਜੋ ਤੁਸੀਂ ਪੜ੍ਹਿਆ ਹੈ ਉਹ ਤੁਹਾਨੂੰ ਜਿਹੜਾ ਕਨਫਿਊਜ਼ ਹੋ ਜਾਵੇਗਾ, ਤਾਂ ਤੁਸੀਂ ਉਹ ਜਾਲ ਵਿੱਚ ਫਸ ਜਾਓਗੇ। ਜੋ ਤੁਸੀਂ ਆਪਣੇ ਨੋਟਸ ਬਣਾਏ ਹਨ, ਪਹਿਲਾਂ ਆਪਣੇ ਸਿਲੇਬਸ ਨੂੰ ਧਿਆਨ ਵਿੱਚ ਰੱਖ ਕੇ ਸਿਰਫ ਉਹਨਾਂ ਦੀ ਦੁਹਰਾਈ ਤੁਸੀਂ ਕਰਨੀ ਹੈ। ਤਾਂ ਇਹਨਾਂ ਨੂੰ ਦੁਹਰਾਈ ਲਈ ਚੰਗਾ ਸਮਾਂ ਹੈ। ਤਾਂ ਹੁਣ ਤੁਹਾਡਾ ਜਿਹੜਾ ਦੁਹਰਾਈ ਲਈ ਬੱਚੇ ਜਿਹੜਾ ਸਮਾਂ ਗਾ ਉਹ ਆ ਗਿਆ ਹੈ, ਇਹ ਚੰਗਾ ਸਮਾਂ ਹੈ। ਇਸ ਤਰ੍ਹਾਂ ਜਿਹੜੀ ਆਪਣੀ ਤੁਸੀਂ ਪੇਪਰਾਂ ਦੀ ਦੁਹਰਾਈ ਹੁਣ ਕਰੋ, ਕਿਉਂਕਿ ਤੁਹਾਡਾ ਜੋ ਸਿਲੇਬਸ ਆ ਲਗਭਗ ਉਹ ਪੂਰਾ ਹੋ ਚੁੱਕਿਆ ਹੈ। ਚੰਗੀ ਦੁਹਰਾਈ ਕਰੋਗੇ
ਜਿੰਨੀ ਅਸੀਂ ਚੰਗੀ ਦੁਹਰਾਈ ਕਰਦੇ ਹਾਂ ਬੋਰਡ ਦੀ ਪ੍ਰੀਖਿਆ ਵਿੱਚ ਤੁਹਾਡਾ ਸਭ ਤੋਂ ਵਧੀਆ ਜਿਹੜਾ ਸਕੋਰ ਆ ਉਹ ਬਣਾ ਸਕਦੀ ਹੈ। ਤਾਂ ਰਿਵੀਜ਼ਨ ਹੀ ਬੱਚਿਓ ਕਿ ਇਹ ਜਿਹਾ ਪੁਆਇੰਟ ਹੈ ਜੋ ਤੁਹਾਨੂੰ ਪੇਪਰਾਂ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਲਈ ਸਹਾਇਤਾ ਕਰਦਾ ਹੈ। ਹਮੇਸ਼ਾ ਉਹਨਾਂ ਟੌਪਿਕ ਤੇ ਕੇਂਦਰਿਤ ਕਰੋ ਜਿਸ ਵਿੱਚ ਤੁਸੀਂ ਤੁਲਨਾਤਮਕ ਤੌਰ ਤੇ ਕਮਜ਼ੋਰ ਹੋ। ਤਾਂ ਬੱਚਿਓ ਤੁਸੀਂ ਦੇਖੋ ਵੀ ਤੁਹਾਡੇ ਕਿਹੜੇ ਟੌਪਿਕ ਕਮਜ਼ੋਰ ਹਨ, ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਨਹੀਂ ਆਏ ਤਾਂ ਉਹਨਾਂ ਦੀ ਦੁਹਰਾਈ ਆ ਤੁਸੀਂ ਉਹ ਵਾਰੀ-ਵਾਰੀ ਕਰੋ। ਲੇਕਿਨ ਦੁਹਰਾਈ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰ ਲੈਣਾ ਚਾਹੀਦਾ ਗਾ, ਠੀਕ ਹੈ, ਤਾਂ ਸਾਨੂੰ ਇਹ ਸ਼ੋਰ ਹੋਣਾ ਚਾਹੀਦਾ ਹੈ ਵੀ ਤੁਸੀਂ ਆਪਣਾ ਸਿਲੇਬਸ ਪੂਰਾ ਕਰ ਲਿਆ ਹੈ। ਕੀ ਦੁਹਰਾਈ ਕਰਨ ਤੋਂ ਪਹਿਲਾਂ ਤੁਸੀਂ ਆਪਣਾ ਸਿਲੇਬਸ ਤਾਂ ਨਹੀਂ ਛੱਡ ਰੱਖੇ ਵੀ ਤੁਹਾਡਾ ਕੋਈ ਸਿਲੇਬਸ ਪੈਂਡਿੰਗ ਪਿਆ ਹੈ। ਤਾਂ ਸਿਲੇਬਸ ਪੂਰਾ ਕਰਕੇ ਹੀ ਬੱਚਿਓ ਸਾਨੂੰ ਜਿਹੜੀ ਦੁਹਰਾਈ ਆ ਉਹ ਕਰਨੀ ਚਾਹੀਦੀ ਹੈ। ਤਾਂ ਦੁਹਰਾਈ ਸਾਨੂੰ ਜਿਹੜੇ ਆ ਪ੍ਰੀਖਿਆਵਾਂ ਦੇ ਵਿੱਚ ਸਭ ਤੋਂ ਚੰਗੇ ਅੰਕ ਜਾਣੀ ਕਿ ਵੱਧ ਤੋਂ ਵੱਧ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਕਾਫੀ ਜਿਹੜੀ ਸਹਾਇਕ ਆ ਉਹ ਹੁੰਦੀ ਹੈ। ਬੱਚਿਓ ਨੈਕਸਟ ਪੁਆਇੰਟ ਹੈ ਫਿਟ ਰਹੋ, ਸਟੇ ਫਿਟ। ਇਹ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਕਿਉਂਕਿ ਜੇ ਅਸੀਂ ਫਿਟ ਨਹੀਂ ਰਵਾਂਗੇ, ਅਸੀਂ ਬਿਮਾਰ ਪੈ ਜਾਵਾਂਗੇ ਤਾਂ ਅਸੀਂ ਕਿਸ ਤਰ੍ਹਾਂ ਆਪਣੇ ਜਿਹੜੇ ਪੇਪਰ ਦੀ ਤਿਆਰੀ ਕਰ ਸਕਦੇ ਹਾਂ। ਇਸ ਕਰਕੇ ਬੱਚਿਓ ਸਹੀ ਕਸਰਤ ਕਰੋ, ਸਿਹਤਮੰਦ ਖੁਰਾਕ ਖਾਓ, ਸੰਪੂਰਨ ਅਤੇ ਆਰਾਮਦਾਇਕ ਨੀਂਦ ਦੀ ਪਾਲਣਾ ਕਰੋ। ਇਸ ਤਰ੍ਹਾਂ ਨਹੀਂ ਹੈ ਵੀ ਜ਼ਿਆਦਾ ਟਾਈਮ ਪੜ੍ਹਨ ਤੇ ਲਾਈ ਜਾਓ, ਜੋ ਤੁਹਾਡੀ ਨੀਂਦ ਹੈ ਉਹ ਚੰਗੀ ਤਰ੍ਹਾਂ ਤੁਹਾਨੂੰ ਨਹੀਂ ਆ ਰਹੀ ਤਾਂ ਕੁਝ ਦਿਨਾਂ ਬਾਅਦ ਤੁਹਾਨੂੰ ਜਿਹੜੀ ਥਕਾਵਟ ਆ ਉਹ ਸਰੀਰ ਨੂੰ ਮਹਿਸੂਸ ਹੋਣ ਲੱਗ ਜਾਵੇਗੀ, ਜਿਸ ਨਾਲ ਤੁਹਾਡੀ ਜਿਹੜੀ ਤਿਆਰੀ ਆ ਉਹ ਚੰਗੀ ਤਰ੍ਹਾਂ ਨਹੀਂ ਹੋਵੇਗੀ। ਤਾਂ ਚੰਗੀ ਤਿਆਰੀ ਅਤੇ ਅਧਿਐਨ ਦੇ ਨਾਲ ਵਧੀਆ ਸਿਖਲਾਈ ਅਤੇ ਆਰਾਮ ਅਤੇ ਨੀਂਦ ਵੀ ਜ਼ਰੂਰੀ ਹੈ। ਠੀਕ ਹੈ ਬੱਚਿਓ, ਤਾਂ ਸਾਨੂੰ ਟ੍ਰੇਨਿੰਗ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ, ਸਾਨੂੰ ਆਰਾਮ ਕਰਨਾ ਚਾਹੀਦਾ ਹੈ, ਨੀਂਦ ਵੀ ਚੰਗੀ ਲੈਣਾ ਚਾਹੀਦਾ ਹੈ। ਤਾਂ ਆਰਾਮ ਅਤੇ ਨੀਂਦ ਸਾਡੀ ਤਿਆਰੀ ਵਿੱਚ ਜਿਹੜੇ ਕਾਫੀ ਆ ਉਹ ਸਹਾਇਕ ਹੁੰਦੇ ਹਨ। ਤਾਂ ਪ੍ਰੀਖਿਆਵਾਂ ਦੀ ਤਿਆਰੀ ਕਰਦਿਆਂ ਸਿਹਤਮੰਦ ਖੁਰਾਕ ਖਾਣੀ ਚਾਹੀਦੀ ਹੈ। ਠੀਕ ਹੈ ਬੱਚਿਓ, ਯੋਗਾ ਕਰ ਸਕਦੇ ਯੋਗਾ ਕਰਨੀ ਚਾਹੀਦੀ ਹੈ, ਕਸਰਤ ਕਰਨਾ ਚਾਹੀਦਾ ਹੈ, ਮੰਨਣ ਜਾਣ ਕੇ ਮੈਡੀਟੇਸ਼ਨ ਕਰਨਾ ਚਾਹੀਦਾ ਹੈ। ਤਾਂ ਇਹ ਤੁਹਾਨੂੰ ਆਪਣੀ ਪੜ੍ਹਾਈ ਵਿੱਚ ਕੇਂਦਰਿਤ ਕਰਨ ਵਿੱਚ ਕਾਫੀ ਸਹਾਇਕ ਹੁੰਦੇ ਹਨ। ਜੋ ਤੁਹਾਡੇ ਮਨ ਤੇ ਤਣਾਅ ਬਣਿਆ ਹੈ, ਕੋਈ ਸਟ੍ਰੈਸ ਬਣੀ ਹੈ, ਉਸ ਤੋਂ ਮੁਕਤ ਰਹਿਣ ਵਿੱਚ ਵੀ ਇਹ ਸਹਾਇਤਾ ਕਰਦੇ ਹਨ। ਕਿਉਂਕਿ ਅਸੀਂ ਜੇਕਰ ਸਵੇਰੇ ਘੰਟਾ ਵੀ ਐਕਸਰਸਾਈਜ਼ ਕਰ ਲੈਂਦੇ ਹਾਂ ਤਾਂ ਸਾਡਾ ਜਿਹੜਾ ਮਨ ਆ, ਸਰੀਰ ਹੈ ਉਹ ਫਿੱਟ ਹੋ ਜਾਂਦਾ ਹੈ, ਤਰੋ ਤਾਜ਼ਾ ਹੋ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਜੇ ਪੜ੍ਹਾਈ ਕਰਾਂਗੇ ਤਾਂ ਸਾਡਾ ਚੰਗੀ ਤਰ੍ਹਾਂ ਸਾਨੂੰ ਜਿਹੜਾ ਟੌਪਿਕ ਆ ਸਮਝ ਆ ਜਾਵੇਗਾ ਕਿਉਂਕਿ ਸਾਡਾ ਜੋ ਮਨ ਹੈ, ਸਰੀਰ ਹੈ ਜਾਂ ਦਿਮਾਗ ਹੈ ਉਹ ਕਾਫੀ ਆਰਾਮਦਾਇਕ ਮਹਿਸੂਸ ਕਰਦਾ ਹੈ ਤੇ ਉਹ ਫਿੱਟ ਹੋ ਜਾਂਦਾ ਹੈ। ਜੋ ਵੀ ਸਟ੍ਰੈਸ ਹੁੰਦੀ ਹੈ ਮਨ ਦੇ ਵਿੱਚੋਂ ਤਾਂ ਉਹ ਦੂਰ ਹੋ ਜਾਂਦੀ ਹੈ। ਇਸ ਤਰ੍ਹਾਂ ਬੱਚਿਓ ਪੇਪਰਾਂ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਲਈ ਫਿੱਟ ਰਹਿਣਾ ਬਹੁਤ ਹੀ ਜ਼ਰੂਰੀ ਹੈ। ਬੱਚਿਓ ਉਸ ਤੋਂ ਬਾਅਦ ਪੁਆਇੰਟ ਹੈ ਤਾਕਤ ਅਤੇ ਕਮਜ਼ੋਰੀ, ਸਟਰੈਂਥ ਐਂਡ ਵੀਕਨੈਸ। ਤਾਂ ਇਹਦਾ ਮਤਲਬ ਬੱਚਿਓ ਕੀ ਮਤਲਬ ਹੈ ਵੀ ਤੁਸੀਂ ਪਹਿਲਾਂ ਆਪਾਂ ਨੂੰ ਦੇਖਣਾ ਵੀ ਤੁਹਾਡੇ ਵਿੱਚ ਕੀ ਤਾਕਤ ਹੈ, ਕੀ ਕਮਜ਼ੋਰੀ ਹੈ। ਇਹਦਾ ਮਤਲਬ ਕੀ ਹੈ ਵੀ ਤੁਹਾਡੇ ਕਿਹੜੇ ਟੌਪਿਕ ਵਿੱਚ ਤੁਹਾਨੂੰ ਸਟਰੈਂਥ ਹੈ, ਤੁਹਾਨੂੰ ਚੰਗੀ ਤਰ੍ਹਾਂ ਆਉਂਦਾ ਹੈ, ਕਿਹੜਾ ਟੌਪਿਕ ਤੁਹਾਨੂੰ ਜਿਹੜਾ ਘੱਟ ਆਉਂਦਾ ਹੈ। ਜਾਣੀ ਕਿ ਆਪਣੇ ਕਮਜ਼ੋਰ ਬਿੰਦੂਆਂ ਵੀ ਕਿਹੜੇ ਪੁਆਇੰਟ ਤੇ ਤੁਸੀਂ ਕਮਜ਼ੋਰ ਹੋ, ਕਿਹੜੇ ਟੌਪਿਕ ਵਿੱਚ ਕਮਜ਼ੋਰ ਹੋ, ਕਿਹੜੇ ਵਿਸ਼ਿਆਂ 'ਤੇ ਤੁਸੀਂ ਕਮਜ਼ੋਰ ਹੋ, ਉਹਨਾਂ ਤੇ ਕੰਮ ਕਰੋ, ਉਹਨਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ। ਜੇ ਤੁਹਾਨੂੰ ਕੁਝ ਪ੍ਰਸ਼ਨ ਹੱਲ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਆਪਣੀ ਕਲਾਸ ਦੇ ਅਧਿਆਪਕਾਂ ਨਾਲ ਗੱਲਬਾਤ ਕਰ ਸਕਦੇ ਹੋ, ਆਪਣੇ ਸਹਿਪਾਠੀਆਂ ਨਾਲ, ਠੀਕ ਹੈ, ਆਪਣੇ ਕਲਾਸਮੇਟ ਨਾਲ ਤੁਸੀਂ ਜਿਹੜੀ ਆ ਉਹ ਗੱਲਬਾਤ ਕਰ ਸਕਦੇ ਹੋ। ਤਾਂ ਤੁਹਾਨੂੰ ਚੰਗੀ ਤਿਆਰੀ ਲਈ ਆਪਣੀ ਸਟਰੈਂਥ ਅਤੇ ਵੀਕਨੈਸ ਬਾਰੇ ਪਤਾ ਹੋਣਾ ਜ਼ਰੂਰੀ ਹੈ ਵੀ ਕਿਹੜਾ ਟੌਪਿਕ ਤੁਹਾਡਾ ਕਮਜ਼ੋਰ ਹੈ, ਕਿਹੜੇ ਟੌਪਿਕ ਤੁਸੀਂ ਚੰਗੇ ਹੋ। ਤਾਂ ਕਮਜ਼ੋਰ ਪੁਆਇੰਟ ਨੂੰ ਤੁਸੀਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ। ਇਸ ਲਈ ਆਪਣੇ ਕਲਾਸ ਦੇ ਅਧਿਆਪਕਾਂ ਦੀ, ਆਪਣੇ ਸਹਿਪਾਠੀਆਂ ਜੋ ਸਹਿਪਾਠੀ ਹਨ, ਤੁਹਾਡੇ ਕਲਾਸਮੇਟ ਹਨ, ਉਹਨਾਂ ਦੀ ਮਦਦ ਜ਼ਰੂਰ ਲਓ। ਬੱਚੇ ਸਾਡੇ ਕੋਲ ਅਗਲਾ ਪੁਆਇੰਟ ਹੈ ਲਿਖਣ ਦਾ ਅਭਿਆਸ, ਪ੍ਰੈਕਟਿਸ ਰਾਈਟਿੰਗ। ਕਿਉਂਕਿ ਬੱਚੇ ਜਦੋਂ ਅਸੀਂ ਇਮਤਿਹਾਨ ਦੇ ਸਮੇਂ ਲਿਖਦੇ ਹਾਂ ਤਾਂ ਸਾਨੂੰ ਜਿਹੜੀ ਉਚਿਤ ਲਿਖਤ ਲਿਖਣੀ ਪੈਂਦੀ ਹੈ, ਜਾਣੀ ਕਿ ਇੱਕ ਉਚਿਤ ਪ੍ਰਸ਼ਨ ਲਿਖਣੇ ਪੈਂਦੇ ਹਨ, ਉਹਨਾਂ ਦੀ ਇੱਕ ਉਚਿਤ ਮਾਤਰਾ ਲਿਖਣੀ ਪੈਂਦੀ ਹੈ। ਠੀਕ ਹੈ, ਕਿਉਂਕਿ ਸਾਡੇ ਜੋ ਪ੍ਰਸ਼ਨ ਆਉਂਦੇ ਨੇ ਸੁਜੈਕਟਿਵ ਟਾਈਪ ਆਉਂਦੇ ਹਨ, ਕੋਈ ਲੰਬੇ ਪ੍ਰਸ਼ਨ ਹੁੰਦੇ ਹਨ, ਤਾਂ ਉਹਦੇ ਵਾਸਤੇ ਸਾਨੂੰ ਉਚਿਤ ਮਾਤਰਾ ਵਿੱਚ ਜਿਹੜਾ ਉੱਤਰ ਉਹ ਦੇਣੇ ਪੈਂਦੇ ਹਨ। ਇਸ ਵਾਸਤੇ ਤੁਹਾਨੂੰ ਇਹਦੀ ਪੂਰੀ ਪ੍ਰੈਕਟਿਸ ਕਰਨੀ ਚਾਹੀਦੀ ਹੈ ਤਾਂ ਜੋ ਲਿਖਣ ਦੀ ਇਕਸਾਰ ਗਤੀ ਤੁਹਾਡੀ ਪੇਪਰ ਵਿੱਚ ਪੈਦਾ ਹੋ ਸਕੇ। ਕਿਉਂਕਿ ਜੇ ਸਾਨੂੰ ਲਿਖਣ ਦੀ ਪ੍ਰੈਕਟਿਸ ਚੰਗੀ ਤਰ੍ਹਾਂ ਹੋਵੇਗੀ ਤਾਂ ਅਸੀਂ ਪੇਪਰ ਵਿੱਚ ਬਿਨਾਂ ਰੁਕਿਆਂ ਇਕਸਾਰ ਗਤੀ ਨਾਲ ਆਪਣਾ ਜਿਹੜਾ ਉਹ ਪ੍ਰਸ਼ਨ ਉਹ ਲਿਖ ਸਕਦੇ ਹਾਂ, ਜਿਸ ਨਾਲ ਸਮੇਂ ਦੀ ਬਚਤ ਹੁੰਦੀ ਹੈ ਅਤੇ ਅਸੀਂ ਜੋ ਪ੍ਰਸ਼ਨ ਆਗੇ ਉਹ ਬਦਲ ਕਰ ਸਕਦੇ ਹਾਂ। ਠੀਕ ਹੈ, ਕਿਉਂਕਿ ਪੇਪਰ ਸਮਾਂ ਜੋ ਫਿਕਸ ਹੁੰਦਾ ਹੈ ਤਾਂ ਉਸ ਫਿਕਸ ਸਮੇਂ ਦੇ ਵਿੱਚ ਹੀ ਸਾਨੂੰ ਜਿਹੜੀ ਹੈਗੀ ਆ ਆਪਣੀ ਪ੍ਰੀਖਿਆ ਪੂਰੀ ਕਰਨੀ ਹੁੰਦੀ ਹੈ, ਪ੍ਰਸ਼ਨ ਪੂਰੇ ਕਰਨੇ ਹਨ। ਤਾਂ ਲਿਖਣ ਦਾ ਅਭਿਆਸ ਬੱਚਿਓ ਪ੍ਰੈਕਟਿਸ ਰਾਈਟਿੰਗ ਜ਼ਰੂਰ ਕਰਨੀ ਚਾਹੀਦੀ ਹੈ। ਤਾਂ ਇਹ ਸਾਨੂੰ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਜਿਹੜੀ ਕਾਫੀ ਆ ਉਹ ਸਹਾਇਤਾ ਕਰਦੀ ਹੈ।
ਵਿਦਿਆਰਥੀਓ ਉਮੀਦ ਹੈ ਤੁਹਾਨੂੰ ਮੇਰੇ ਵੱਲੋਂ ਕੁਝ ਇਹਨਾਂ ਗੱਲਾਂ ਸਮਝ ਆ ਗਈਆਂ ਹੋਣਗੀਆਂ ਵੀ ਕਿਸ ਤਰ੍ਹਾਂ ਅਸੀਂ ਆਪਣੇ ਬੋਰਡ ਦੀ ਪ੍ਰੀਖਿਆਵਾਂ ਦੀ ਚੰਗੀ ਤਰ੍ਹਾਂ ਤਿਆਰੀ ਕਰ ਸਕਦੇ ਹਾਂ, ਕਿਹੜੇ-ਕਿਹੜੇ ਪੁਆਇੰਟ ਨੂੰ ਅਸੀਂ ਧਿਆਨ ਵਿੱਚ ਰੱਖਣਾ ਹੈ ਤਾਂ ਜੋ ਅਸੀਂ ਮੈਟ ਦੇ ਵਿੱਚ ਆ ਸਕੀਏ, ਚੰਗੇ ਅੰਕ ਪ੍ਰਾਪਤ ਕਰ ਸਕੀਏ। ਤਾਂ ਬੱਚਿਓ ਇਸ ਚੈਨਲ ਤੇ ਤੁਹਾਨੂੰ ਸਮੇਂ-ਸਮੇਂ ਤੇ ਮੈਥ ਨਾਲ ਸੰਬੰਧਿਤ ਜੋ ਵੀਡੀਓ ਦਿੱਤੀਆਂ ਜਾ ਰਹੀਆਂ ਹਨ, 8ਵੀਂ ਅਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਇਸ ਚੈਨਲ ਤੇ ਪੂਰੀ ਤਿਆਰੀ ਕਰਵਾਈ ਜਾਵੇਗੀ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖ ਕੇ। ਤਾਂ ਬੱਚਿਓ ਤੁਹਾਨੂੰ ਵੀਡੀਓ ਵੀ ਦਿੱਤੀਆਂ ਜਾਣਗੀਆਂ, ਉਹਨਾਂ ਨਾਲ ਰਿਲੇਟਡ ਜੋ ਮਟੀਰੀਅਲ ਆ ਤੁਹਾਨੂੰ ਬੋਰਡ ਦੀਆਂ ਪ੍ਰੀਖਿਆ ਨਾਲ ਸੰਬੰਧਿਤ ਉਹ ਵੀ ਦਿੱਤਾ ਜਾਵੇਗਾ। ਮੈਂ ਯਕੀਨ ਦਿਵਾਉਣਾ ਹੈ ਜੋ ਵਿਦਿਆਰਥੀ ਮੇਰੀਆਂ ਵੀਡੀਓ ਨੂੰ ਦੇਖ ਲਵੇਗਾ, ਸਾਰੀਆਂ ਵੀਡੀਓ ਦੇਖੇਗਾ, ਉਹਨਾਂ ਪ੍ਰਸ਼ਨਾਂ ਨੂੰ ਹੱਲ ਕਰੇਗਾ, ਉਹ 80% ਤੋਂ ਲੈ ਕੇ 100% ਤੱਕ ਜ਼ਰੂਰ ਅੰਕ ਜਿਹੜਾ ਉਹ ਪ੍ਰਾਪਤ ਕਰ ਲਵੇਗਾ। ਤਾਂ ਇਸ ਕਰਕੇ ਬੱਚਿਓ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਦੋਂ ਵੀ ਕੋਈ ਮੇਰੇ ਵੱਲੋਂ ਵੀਡੀਓ ਅਪਲੋਡ ਕੀਤੀ ਜਾਂਦੀ ਹੈ ਤਾਂ ਤੁਸੀਂ ਉਸ ਨੂੰ ਦੇਖ ਸਕੋ ਤੇ ਉਸ ਦੀ ਜਿਹੜੀ ਚੰਗੀ ਤਰ੍ਹਾਂ ਆਪਣੀ ਜਿਹੜੀ ਟੌਪਿਕ ਦੀ ਤਿਆਰੀ ਕਰ ਸਕੋ। ਮੇਰੇ ਵੱਲੋਂ ਟੈਲੀਗ੍ਰਾਮ ਅਤੇ WhatsApp ਤੇ ਜੋ ਚੈਨਲ ਵੀ ਬਣਾਏ ਗਏ ਹਨ, ਤੁਸੀਂ ਉਹਨਾਂ ਚੈਨਲ ਨੂੰ ਜੁਆਇਨ ਕਰਕੇ ਵੀ ਵੀਡੀਓ ਲਿੰਕ ਮਟੀਰੀਅਲ ਪ੍ਰਾਪਤ ਕਰ ਸਕਦੇ ਹੋ। ਤਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਮੈਨੂੰ ਇਸ ਨੰਬਰ ਤੇ 8729 12537 ਤੇ WhatsApp ਕਰਕੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਤੇ ਆਪਣੀ ਜਿਹੜੀ ਤਿਆਰੀ ਆ ਤੁਸੀਂ ਫ੍ਰੀ ਆਫ ਕਾਸਟ ਇਸ ਚੈਨਲ ਤੋਂ ਕਰ ਸਕਦੇ ਹੋ ਤੇ ਤੁਸੀਂ ਆਪਣੇ ਮੈਟ ਵਿੱਚ ਵੀ ਆ ਸਕਦੇ ਹੋ, 100% ਅੰਕ ਵੀ ਪ੍ਰਾਪਤ ਕਰ ਸਕਦੇ ਹੋ ਤੇ ਯਕੀਨਨ ਤੁਸੀਂ ਆਪਣੀ ਜਿਹੜੀ 100% ਸਫਲਤਾ ਪ੍ਰਾਪਤ ਕਰ ਲਵੋਗੇ। ਇਹ ਤੁਹਾਨੂੰ ਮੈਂ ਯਕੀਨ ਬਿਲਕੁਲ ਦਿਵਾਉਣਾ ਹਾਂ। ਤਾਂ ਹਰ ਵੀਡੀਓ ਨੂੰ ਤੁਸੀਂ ਚੰਗੀ ਤਰ੍ਹਾਂ ਧਿਆਨ ਨਾਲ ਦੇਖੋ, ਆਪਣੇ ਦੋਸਤਾਂ ਨਾਲ, ਮਿੱਤਰਾਂ ਨਾਲ ਇਸ ਚੈਨਲ ਨੂੰ ਸਬਸਕ੍ਰਾਈਬ ਕਰਾਓ ਉਹਨਾਂ ਨੂੰ, ਠੀਕ ਹੈ, ਤੇ ਵੀਡੀਓ ਨੂੰ ਲਾਈਕ ਕਰੋ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।